ਬੱਚਿਓ ਅੱਜ ਦੇ ਇਸ BA 5th ਸਮੈਸਟਰ ਦੇ ਲੈਕਚਰ ਦੇ ਵਿੱਚ ਤੁਹਾਡਾ ਸਵਾਗਤ ਹੈ। ਕੱਲ ਅਸੀਂ ਜਿਹੜਾ ਹੈਗਾ BA 5th ਸਮੈਸਟਰ ਦਾ ਜਿਹੜਾ ਤੁਹਾਡਾ ਸਿਲੇਬਸ ਹੈ ਉਹ ਡਿਸਕਸ ਕੀਤਾ ਸੀ। ਤਾਂ ਜਿਹੜਾ ਅਸੀਂ ਪਹਿਲਾ ਯੂਨਿਟ ਸ਼ੁਰੂ ਕਰਨਾ ਹੈ ਉਹਦੇ ਵਿੱਚ ਜਿਹੜਾ ਪਹਿਲਾ ਚੈਪਟਰ ਹੈਗਾ ਉਹ ਹੈਗਾ ਹੈ ਤੁਲਾਤਮਕ ਸਰਕਾਰ ਅਤੇ ਰਾਜਨੀਤੀ। ਠੀਕ ਹੈ, ਅਤੇ ਇਸ ਯੂਨਿਟ ਦੇ ਵਿੱਚ ਜਿਹੜਾ ਦੂਜਾ ਚੈਪਟਰ ਹੈ ਉਹ ਹੈਗਾ ਤੁਲਾਤਮਕ ਵਿਧੀ ਉੱਤੇ ਜਿਹੜੀ ਚਰਚਾ ਅਸੀਂ ਬਾਅਦ ਵਿੱਚ ਕਰਾਂਗੇ। ਅੱਜ ਦੇ ਲੈਕਚਰ ਦੇ ਵਿੱਚ ਜਿਹੜਾ ਬੇਸਿਕਲੀ ਅਸੀਂ ਜਿਹੜਾ ਹੈਗਾ ਹੈ ਉਹ ਤੁਲਾਤਮਕ ਸਰਕਾਰ ਅਤੇ ਤੁਲਾਤਮਕ ਰਾਜਨੀਤੀ ਉੱਤੇ ਚਰਚਾ ਆਪਾਂ ਸ਼ੁਰੂ ਕਰਾਂਗੇ। ਤੁਸੀਂ ਕਿਤਾਬ ਕਿਹੜੀ ਲੈਣੀ ਹੈ ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ ਹੈ। JS ਬਡਿਆਲ ਦੀ ਕਿਤਾਬ ਆਉਂਦੀ ਹੈ ਕੰਪੈरेटिव ਪੋਲੀਟੀਕਲ ਸਿਸਟਮਸ, ਉਹ ਲੈਣੀ ਹੈ, ਜਾਂ ਤੁਸੀਂ ਜਿਹੜੀ ਹੈਗੀ ਹੈ ਕਿਤਾਬ ਲੈਣੀ ਹੈਗੀ ਹੈ ਆਪਣੇ SS ਨੰਦਾ ਦੀ ਆਂਦੀ ਹੈ ਕੰਪੈरेटिव ਪੋਲੀਟੀਕਲ ਸਿਸਟਮਸ ਦੀ। ਦੋ ਕਿਤਾਬਾਂ ਆਉਂਦੀਆਂ, ਇਹ ਦੋਨਾਂ ਚੋਂ ਤੁਸੀਂ ਕੋਈ ਵੀ ਕਿਤਾਬ ਜਿਹੜੀ ਹੈ ਪਰਚੇਸ ਜਿਹੜੀ ਹੈ ਉਹ ਕਰ ਸਕਦੇ ਹੋ। ਠੀਕ ਹੈ ਜੀ। ਹੁਣ ਤੁਸੀਂ BA ਫਸਟ ਈਅਰ ਦੇ ਵਿੱਚ ਇੱਕ ਪਹਿਲਾ ਚੈਪਟਰ ਪੜ੍ਹਿਆ ਹੋਣਾ ਪੋਲਿਟਿਕਸ, ਪੋਲੀਟੀਕਲ ਸਾਇੰਸ ਤੇ ਪੋਲੀਟੀਕਲ ਸਿਸਟਮ। ਇਹ ਤਿੰਨੋਂ ਤੁਸੀਂ ਕਨਸੈਪਟਸ ਜਿਹੜੇ ਹੈ ਉਹ ਪੜ੍ਹੇ ਹੋਏ ਹੈ। ਹੁਣ ਤੁਲਾਤਮਕ ਰਾਜਨੀਤੀ ਔਰ ਤੁਲਾਤਮਕ ਸਰਕਾਰ ਜਿਹੜੀ ਵਿਵਸਥਾ 1950 ਤੋਂ ਪਹਿਲਾਂ ਤੁਲਾਤਮਕ ਅਧਿਐਨ ਚ ਚੱਲਦੀ ਸੀ ਉਹਨੂੰ ਅਸੀਂ ਤੁਲਾਤਮਕ ਸਰਕਾਰ ਕਹਿੰਦੇ ਹਾਂ। ਠੀਕ ਹੈ, 1950 ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਮਰੀਕਾ ਦੇ ਵਿੱਚ ਰਾਜਨੀਤੀ ਸ਼ਾਸਤਰ ਦੇ ਖੇਤਰ ਦੇ ਵਿੱਚ ਇੱਕ ਕ੍ਰਾਂਤੀ ਹੋਈ ਸੀ ਜਿਸ ਨੂੰ ਵਿਵਹਾਰਿਕ ਕ੍ਰਾਂਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਬਾਅਦ ਕੀ ਹੋਇਆ, ਇਸ ਤੋਂ ਬਾਅਦ ਜਿਹੜੀ ਪੋਲੀਟੀਕਲ ਸਾਇੰਸ ਸੀਗੀ ਜਾਂ ਤੁਲਾਤਮਕ ਅਧਿਐਨ ਸੀਗਾ ਉਹਦੇ ਵਿਸ਼ੇ ਵਸਤੂ ਵਿੱਚ ਕਾਫੀ ਅੰਤਰ ਆਇਆ। ਉਹਦੇ ਵਿੱਚ ਨਵੀਂ ਸ਼ਬਦਾਵਲੀ ਆਈ, ਉਹਦੇ ਵਿੱਚ ਨਵੀਆਂ ਜਿਹੜੀਆਂ ਇਨਵੈਂਸ਼ਨਸ ਹੋਈਆਂ ਔਰ ਲੋਕਾਂ ਨੇ ਜਿਹੜਾ ਸੀਗਾ ਪੋਲੀਟੀਕਲ ਸਾਇੰਸ ਨੂੰ ਇੱਕ ਜਿਹੜਾ ਵੱਖਰੇ ਵਿਸ਼ੇ ਦੇ ਰੂਪ ਦੇ ਵਿੱਚ ਮਤਲਬ ਕਿ ਇਹਦਾ ਅਧਿਐਨ ਜਿਹੜਾ ਸੀਗਾ ਉਹ ਕਰਨਾ ਸ਼ੁਰੂ ਕਰ ਦਿੱਤਾ। ਜਿਹੜੀ ਤੁਲਾਤਮਕ ਸਰਕਾਰ ਸੀਗੀ ਉਹਦੇ ਵਿੱਚ ਜਿਹੜੀਆਂ ਰਾਜਨੀਤਿਕ ਸੰਸਥਾਵਾਂ ਸੀਗੀਆਂ ਉਹਨਾਂ ਦਾ ਜਿਹੜਾ ਰਸਮੀ ਅਧਿਐਨ ਕੀਤਾ ਜਾਂਦਾ ਸੀ, ਜਿੱਦਾਂ ਕਿ ਫੋਰ ਐਗਜ਼ਾਮਪਲ ਕਾਰਜਪਾਲਿਕਾ, ਵਿਧਾਨਪਾਲਿਕਾ ਤੇ ਨਿਆਂਪਾਲਿਕਾ। ਇਹ ਸਰਕਾਰ ਦੇ ਜਿਹੜੇ ਹੈ ਤਿੰਨ ਪ੍ਰਮੁੱਖ ਅੰਗ ਹੁੰਦੇ ਆ। ਇਹਨਾਂ ਦਾ ਜਿਹੜਾ ਅਧਿਐਨ ਹੈ ਉਹ ਅਸੀਂ ਕਿੱਦਾਂ ਕਰਦੇ ਸੀ, ਉਹ ਇਤਿਹਾਸ, ਦਰਸ਼ਨ ਅਤੇ ਕਾਨੂੰਨੀ ਆਧਾਰ ਉੱਤੇ ਇਹਨਾਂ ਸੰਸਥਾਵਾਂ ਨੂੰ ਪੜ੍ਹਿਆ ਜਾਂਦਾ ਸੀ। ਇਹਨਾਂ ਦਾ ਜਿਹੜਾ ਵਿਵਹਾਰਿਕ ਪੱਖ ਨਹੀਂ ਵੇਖਿਆ ਜਾਂਦਾ ਸੀ, ਇਹਨਾਂ ਦੀ ਵਿਵਹਾਰਿਕ ਜਿਹੜੀ ਇੰਪੋਰਟੈਂਸ ਹੈ ਉਹ ਨਹੀਂ ਦੇਖੀ ਜਾਂਦੀ ਸੀ। ਇਹ ਜਿਹੜੀ ਸਾਰੀ ਵਿਵਸਥਾ ਹੈ 1950 ਤੋਂ ਬਾਅਦ ਸ਼ੁਰੂ ਹੋਈ, ਜਦੋਂ ਕਿ ਅਸੀਂ ਰਾਜਨੀਤਿਕ ਸੰਸਥਾਵਾਂ ਦਾ ਰਸਮੀ ਅਤੇ ਗੈਰ ਰਸਮੀ ਜਿਹੜਾ ਸੀਗਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਠੀਕ ਹੈ ਜੀ। ਇਤਿਹਾਸ ਦੇ ਆਧਾਰ ਤੇ ਕਿੱਦਾਂ ਅਸੀਂ ਇਹਦਾ ਅਧਿਐਨ ਕਰਦੇ ਸੀਗੇ, ਜਿੱਦਾਂ ਕਿ ਕੋਈ ਸੰਸਥਾ ਹੈ, ਜਿੱਦਾਂ ਆਪਾਂ ਰਾਸ਼ਟਰਪਤੀ ਦੀ ਗੱਲ ਕਰ ਲਈਏ ਜਾਂ ਪ੍ਰਧਾਨ ਮੰਤਰੀ ਦੀ ਗੱਲ ਕਰ ਲਈਏ ਜਾਂ ਸੰਸਦ ਦੀ ਗੱਲ ਕਰ ਲਈਏ ਜਾਂ ਵਿਧਾਨ ਪਰਿਸ਼ਦ ਦੀ ਗੱਲ ਕਰ ਲਈਏ ਜਾਂ ਹੋਰ ਕਿਸੇ ਸੰਸਥਾ ਦੀ ਗੱਲ ਕਰ ਲਈਏ, ਇਸ ਦਾ ਅਸੀਂ ਸਭ ਤੋਂ ਪਹਿਲਾਂ ਇਹਦੀ ਉਤਪਤੀ ਦੇਖਦੇ ਸੀ। ਇਸ ਦਾ ਜਿੱਦਾਂ ਜਨਮ ਜਿੱਦਾਂ ਸੰਸਦ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਸੰਸਦ ਹੈ ਜਾਂ ਸੰਸਦੀय ਪ੍ਰਣਾਲੀ ਹੈ ਉਸ ਦਾ ਜਨਮ ਜਿਹੜਾ ਹੈ ਇੰਗਲੈਂਡ ਦੇ ਵਿੱਚ ਹੋਇਆ। ਠੀਕ ਹੈ ਜੀ। ਇੰਗਲੈਂਡ ਦੇ ਵਿੱਚ ਇੰਗਲੈਂਡ ਤੋਂ ਇਹ ਬਾਕੀ ਜਗ੍ਹਾ ਦੇ ਵਿੱਚ ਜਿਹੜਾ ਹੈ ਬਾਕੀ ਜਿਹੜੀਆਂ ਰਾਜਨੀਤਿਕ ਵਿਵਸਥਾਵਾਂ ਸੀਗੀਆਂ ਜਾਂ ਦੇਸ਼ ਸੀਗੇ ਉਹਨਾਂ ਨੇ ਸੰਸਦੀय ਪ੍ਰਣਾਲੀ ਨੂੰ ਜਿਹੜਾ ਅਪਣਾਇਆ। ਇਹਦਾ ਇਤਿਹਾਸ ਦੇਖ ਲਿਆ। ਫਿਰ ਸੰਸਦੀय ਪ੍ਰਣਾਲੀ ਦੇ ਵਿੱਚ ਜਿਹੜਾ ਸਰਕਾਰ ਦਾ ਮੁਖੀਆ ਹੁੰਦਾ ਪ੍ਰਧਾਨ ਮੰਤਰੀ ਹੁੰਦਾ। ਠੀਕ ਹੈ ਜੀ। ਉਹ ਪ੍ਰਧਾਨ ਮੰਤਰੀ ਦੀਆਂ ਜਿਹੜੀਆਂ ਸ਼ਕਤੀਆਂ ਸੀਗੀਆਂ ਉਹਦਾ ਅਸੀਂ ਅਧਿਐਨ ਜਿਹੜਾ ਸੀਗਾ ਉਹ ਕਰਦੇ ਸੀ। ਉਹਦਾ ਇਤਿਹਾਸ ਵੀ ਦੇਖਿਆ ਜਾਂਦਾ ਸੀ ਕਿ ਪ੍ਰਧਾਨ ਮੰਤਰੀ ਦਾ ਜਿਹੜਾ ਅਹੁਦਾ ਹੈ ਉਹਦੀ ਉਤਪਤੀ ਵੀ ਇੰਗਲੈਂਡ ਦੇ ਵਿੱਚ ਹੁੰਦੀ ਹੈ, ਉਹ ਕਿੱਦਾਂ ਹੋਈ, ਉਹਦੀਆਂ ਸ਼ਕਤੀਆਂ ਦਾ ਅਧਿਐਨ ਕਰਦੇ ਸੀ। ਅਤੇ ਅਸੀਂ ਇਹ ਵੀ ਵੇਖਦੇ ਸੀ ਜਿੱਦਾਂ ਆਪਾਂ ਰਾਜ ਦੀ ਗੱਲ ਕਰੀਏ, ਰਾਜ ਵੀ ਇੱਕ ਸੰਸਥਾ ਹੈ। ਅਸੀਂ ਰਾਜ ਦੀਆਂ ਸ਼ਕਤੀਆਂ ਦਾ ਅਧਿਐਨ ਵੀ ਕਰਦੇ ਸੀ। ਅਸੀਂ ਰਾਜ ਦਾ ਇਤਿਹਾਸਿਕ ਪਰਿਪੇਖ ਤੋਂ ਵੀ ਅਧਿਐਨ ਕਰਦੇ ਸੀ ਅਤੇ ਰਾਜ ਨੂੰ ਕਿਸ ਤਰ੍ਹਾਂ ਅਸੀਂ ਆਦਰਸ਼ਵਾਦੀ ਬਣਾ ਸਕਦੇ ਹਾਂ ਇਸ ਕੇਂਦਰ ਬਿੰਦੂ ਉੱਤੇ ਵੀ ਅਧਿਐਨ ਕਰਦੇ ਸੀ। ਇਹ ਜਿਹੜਾ ਸਾਰਾ ਅਧਿਐਨ ਹੈ ਉਹਨੂੰ ਅਸੀਂ ਜਿਹੜਾ ਹੈ ਤੁਲਾਤਮਕ ਜਿਹੜਾ ਹੈ ਸਰਕਾਰ ਕਹਿੰਦੇ ਸੀ। ਮੈਂ ਤੁਹਾਡੇ ਨਾਲ ਇੱਥੇ ਇੱਕ ਡਾਕੂਮੈਂਟ ਜਿਹੜਾ ਹੈਗਾ ਉਹ ਸ਼ੇਅਰ ਕੀਤਾ ਹੋਇਆ ਹੈ ਇੱਥੇ ਤੁਹਾਡੇ ਨਾਲ ਡਾਕੂਮੈਂਟ। ਠੀਕ ਹੈ ਜੀ। ਹੁਣ what is comparative government and politics? ਹੁਣ ਸਰਕਾਰ ਕੀ ਹੁੰਦੀ ਹੈ, ਤੁਹਾਨੂੰ ਸਭ ਨਾਲੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਰਕਾਰ ਕੀ ਹੈ,
ਰਾਜਨੀਤੀ ਕੀ ਹੈ, ਰਾਜ ਕੀ ਹੈ, ਇਹਦੀਆਂ ਪਰਿਭਾਸ਼ਾਵਾਂ ਤੁਹਾਨੂੰ ਪਹਿਲੇ ਜਿਹੜੀਆਂ ਹੈ ਕਲੀਅਰ ਹੋਣੀਆਂ ਚਾਹੀਦੀਆਂ। ਹੁਣ ਗਵਰਨਮੈਂਟ ਕੀ ਹੈ ਜੀ, ਲੀਡਰਸ਼ਿਪ ਐਂਡ ਇੰਸਟੀਟਿਊਸ਼ਨਸ ਦੈਟ ਮੇਕ ਪਾਲਿਸੀ ਡਿਸੀਜਨ ਫॉर ਕੰਟਰੀ। ਇਹੋ ਜਿਹੀ ਵਿਵਸਥਾ, ਇਹੋ ਜਿਹਾ ਢਾਂਚਾ ਜਿਹੜਾ ਕਿ ਦੇਸ਼ ਵਾਸਤੇ ਨੀਤੀ ਨਿਰਮਾਣ ਕਰਦਾ ਹੈ ਅਤੇ ਜਿਹੜਾ ਨੀਤੀਗਤ ਜਿਹੜੇ ਨਿਰਣੇ ਲੈਂਦਾ ਉਹਨੂੰ ਅਸੀਂ ਸਰਕਾਰ ਕਹਿੰਦੇ ਹਾਂ। ਠੀਕ ਹੈ ਜੀ, ਉਹਨੂੰ ਸਰਕਾਰ ਕਿਹਾ ਜਾਂਦਾ। ਤੁਸੀਂ ਸਰਕਾਰ ਦੀ ਜਿਹੜੀ ਪਰਿਭਾਸ਼ਾ ਹੈ BA ਫਸਟ ਈਅਰ ਦੇ ਵਿੱਚ ਪੜ੍ਹ ਸਕਦੇ ਹੋ। ਹੁਣ ਰਾਜਨੀਤੀ ਕੀ ਹੁੰਦੀ ਹੈ ਫਿਰ, all about power, who gets it, how, what do they with। मतलब राजनीति की है, राजनीति मतलब शक्ति का समावेश है। ठीक है जी, शक्ति तो बिना राज नहीं चल सकता। मतलब जिदा फॉर एग्जाम्पल हुण मेरी गल सारे जाने क्यों मानते हो, तुसी मेरी गल क्यों सारे जाने मानते हो या मेरी गल नूं क्यों प्रमुखता दिंदे हो, क्योंकि मैं टीचर है, तुसी स्टूडेंट हो। ठीक है जी, मेरे को शक्ति है, मेरे को क्लास कंट्रोल करने की शक्ति है। इसे तरह राजनीति का संबंध शक्ति दे नाल है। ठीक है, राजनीति की परिभाषा भी शक्ति दे नाल है। स्ट्रगल फॉर पावर इज कॉल्ड पॉलिटिक्स। शक्ति या सत्ता दे संघर्ष नूं असीं राजनीति कहने अते हू गेट्स इट, हाउ एंड व्हाट डू दे। शक्ति की प्राप्ति किस तरह होंदी है और शक्ति द्वारा की प्राप्त जिहड़ा हैगा कीता जा सकता है, उन्होंने आपां जिहड़ा हैगा राजनीति कहने। नैक्सट स्लाइड ते आपां जाने व्हाट इज कंपैरेटिव गवर्नमेंट एंड पॉलिटिक्स। जदों असी राजनीतिक व्यवस्थावां नूं तुलात्मक दृष्टि तो उन्हां दा अध्ययन करते हैं, ठीक है जी, सरकार का अध्ययन करते हैं तो राजनीति का अध्ययन करते हैं, उन्होंने असी तुलात्मक सरकार कहने हैं या तुलात्मक राजनीति कहने हैं। कंपैरेटिव मैथड, ये तुलात्मक विधि का जिहड़ा हैगा वो प्रयोग जिहड़ा है कीता जांदा है। फिर अगली गल ये असी होर किहड़ियां चीज़ां का अध्ययन करते हैं। ये असी जिहड़ा हैगा ये असी प्रभु सत्ता, सत्ता अते जिहड़ी शक्ति है उहदा अध्ययन करते हैं। राजनीति अते आर्थिक जिहड़ा चेंज है उहदी गल करते हैं। फिर ये असी नागरिकों की गल करते हैं, ये असी जिहड़ा है सोसाइटी की गल करते हैं। ठीक है जी, इन्हां सारियां व्यवस्थावां की असी गल करते हैं। पब्लिक पॉलिसी किद्दां बनदी है, लोगों लई नीति निर्माण किस तरह हुंदा है, इहदी असी जिहड़े है गल करते हैं।